ਉਹ ਲੋਕ ਜੋ ਇਹਨਾਂ ਧਾਰਮਿਕ ਗ੍ਰੰਥਾਂ, ਵੇਦਾਂ, ਪੁਰਾਣਾਂ, ਉਪਨਿਸ਼ਦਾਂ, ਸ਼ਾਸਤਰਾਂ ਅਤੇ ਸਿਮਰਤੀਆਂ ਵਿੱਚ ਦੱਸੇ ਗਿਆਨ ਅਨੁਸਾਰ ਯੋਗਾ ਅਭਿਆਸ, ਮੰਤਰਾਂ, ਰੀਤੀਆਂ ਅਤੇ ਵਿਧੀਆਂ ਕਰਦੇ ਹਨ, ਉਹ ਕੁਝ ਕਰਾਮਾਤੀ ਸ਼ਕਤੀਆਂ ਪ੍ਰਾਪਤ ਕਰ ਲੈਂਦੇ ਹਨ, ਜਿਨ੍ਹਾਂ ਨੂੰ ਗੁਰਮਤਿ ਵਿੱਚ ਰਿੱਧੀਆਂ ਸਿੱਧੀਆਂ ਕਿਹਾ ਜਾਂਦਾ ਹੈ। ਇਹਨਾਂ ਅਲੌਕਿਕ ਸ਼ਕਤੀਆਂ ਨਾਲ ਅਜਿਹੇ ਲੋਕ ਅਤੇ ਯੋਗ ਦੇ ਅਭਿਆਸ ਨਾਲ ਆਪਣੇ ਜੀਵਨ ਕਾਲ ਨੂੰ ਵਧਾ ਲੈਂਦੇ ਹਨ। ਯੋਗ ਅਭਿਆਸ ਨਾਲ ਆਪਣੇ ਸਵਾਸਾਂ ਦੀ ਗਤੀ ਨੂੰ ਧੀਮੀ ਕਰਕੇ ਆਪਣੇ ਜੀਵਨ ਕਾਲ ਨੂੰ ਵਧਾ ਲੈਂਦੇ ਹਨ। ਪ੍ਰਸਿੱਧ ਸਿੱਧ ਗੋਸ਼ਟ ਜੋ ਕਿ ਧੰਨ ਧੰਨ ਸਤਿਗੁਰ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੱਲਬਾਤ, ਜਿਵੇਂ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਈ ਗਈ ਹੈ, ਇੱਕ ਬ੍ਰਹਮ ਕਥ ਦਾ ਵਿਖਿਆਨ ਕਰਦੀ ਹੈ। ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਭਰਪੂਰ ਦਿਆਲਤਾ ਨਾਲ ਸਿੱਧਾਂ ਨੂੰ ਪੂਰਨ ਬ੍ਰਹਮ ਗਿਆਨ ਦੀ ਬਖਸ਼ਿਸ਼ ਕੀਤੀ ਅਤੇ ਸਾਰੀ ਲੋਕਾਈ ਨੂੰ ਦਰਸਾਇਆ ਕਿ ਕਿਵੇਂ ਨਾਮ ਦੇ ਗੁਰਪ੍ਰਸਾਦ ਨਾਲ ਪੂਰਨ ਬ੍ਰਹਮ ਗਿਆਨ ਦੀ ਬੇਅੰਤ ਸ਼ਕਤੀ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਜੀਵਨ ਮੁਕਤੀ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਇਹ ਸਿੱਧ ਰੂਹਾਨੀ ਤਾਕਤਾਂ ਦੇ ਮਾਲਕ ਸਨ ਅਤੇ ਹਿਮਾਲਿਆ ਤੇ ਲੰਮੇ ਸਮੇਂ ਤੋਂ ਰਹਿ ਕੇ ਆਪਣਾ ਜੀਵਨ ਕਾਲ ਵਧਾ ਰਹੇ ਸਨ। ਇਹ ਸਾਰੇ ਸਿੱਧ ਪੂਰਨ ਬ੍ਰਹਮ ਗਿਆਨ ਤੋਂ ਸੱਖਣੇ, ਜੀਵਨ ਮੁਕਤੀ ਦੇ ਪਰਮ ਸੁਖ ਤੋਂ ਵਾਂਝੇ, ਇਹਨਾਂ ਗੈਬੀ ਸ਼ਕਤੀਆਂ ਦੇ ਬਲ ਨਾਲ ਇਹਨਾਂ ਪਹਾੜਾਂ ਤੇ ਬਹੁਤ ਲੰਮੇ ਸਮੇਂ ਤੋਂ ਰਹਿ ਰਹੇ ਸਨ। ਧੰਨ ਧੰਨ ਸਤਿਗੁਰ ਨਾਨਕ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਸਦਕਾ ਇਹਨਾਂ ਦੀ ਭਟਕਣਾ ਦਾ ਅੰਤ ਹੋਇਆ ਅਤੇ ਇਹ ਸਾਰੇ ਪੂਰਨ ਬ੍ਰਹਮ ਗਿਆਨ, ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਕਰਕੇ ਜੀਵਨ ਮੁਕਤੀ ਨੂੰ ਪ੍ਰਾਪਤ ਹੋਏ। ਇਹਨਾਂ ਸਿੱਧਾਂ ਦੀ ਸੁੰਦਰ ਕਥਾ ਸਿੱਧ ਗੋਸ਼ਟ ਅਨੁਸਾਰ ਸਾਰੀ ਲੋਕਾਈ ਨੂੰ ਇਹ ਦਰਸਾਉਂਦੀ ਹੈ ਕਿ ਇਹਨਾਂ ਧਰਮ ਗ੍ਰੰਥਾਂ ਅਨੁਸਾਰ ਜੀਵਨ ਜੀਅ ਕੇ ਜੀਵਨ ਮੁਕਤੀ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ ਹੈ ਅਤੇ ਗੁਰਪ੍ਰਸਾਦੀ ਮਾਰਗ ਸਹਿਜ ਮਾਰਗ ਹੈ, ਜਿਸ ਅਨੁਸਾਰ ਕੇਵਲ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਦੇ ਚਰਨ ਸ਼ਰਨ ਵਿੱਚ ਜਾ ਕੇ ਅਤੇ ਆਪਣਾ ਆਪਾ ਅਰਪਣ ਕਰਕੇ, ਤਨ ਮਨ ਧਨ ਚਰਨਾਂ ਤੇ ਅਰਪਣ ਕਰਕੇ ਹੀ ਸਹਿਜ ਨਾਲ ਗੁਰਪ੍ਰਸਾਦ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਗੁਰਮਤਿ ਅਨੁਸਾਰ, ਪੂਰਨ ਬ੍ਰਹਮ ਗਿਆਨ ਅਨੁਸਾਰ ਇਹ ਗੈਬੀ ਸ਼ਕਤੀਆਂ ਬੰਦਗੀ ਦੇ ਪਹਿਲੇ ਹੀ ਪੜਾਅ ਵਿੱਚ ਪ੍ਰਗਟ ਹੋਣ ਲੱਗ ਪੈਂਦੀਆਂ ਹਨ। ਜੇਕਰ ਆਪ ਇਹਨਾਂ ਸ਼ਕਤੀਆਂ ਵਿੱਚ ਹੀ ਉਲਝ ਗਏ ਤਾਂ ਆਪ ਦੀ ਰੂਹਾਨੀ ਤਰੱਕੀ ਉੱਥੇ ਹੀ ਰੁਕ ਜਾਵੇਗੀ, ਜਿਵੇਂ ਕਿ ਸਿੱਧਾਂ ਦੀ ਰੂਹਾਨੀ ਤਰੱਕੀ ਰੁਕੀ ਪਈ ਸੀ, ਜਿਸ ਨੂੰ ਧੰਨ ਧੰਨ ਸਤਿਗੁਰ ਨਾਨਕ ਪਾਤਸ਼ਾਹ ਜੀ ਨੇ ਆਪਣੀ ਅਗੰਮੀ ਕਿਰਪਾ ਨਾਲ ਗੁਰਪ੍ਰਸਾਦ ਦੇ ਕੇ ਬਹਾਲ ਕੀਤਾ ਸੀ। ਇਹ ਸ਼ਕਤੀਆਂ ਸੱਚਖੰਡ ਦੇ ਰਸਤੇ ਦੀ ਵੱਡੀ ਰੁਕਾਵਟ ਸਮਝੀਆਂ ਜਾਂਦੀਆਂ ਹਨ। ਇਹ ਕੁਦਰਤੀ ਸ਼ਕਤੀਆਂ ਅਕਾਲ ਪੁਰਖ ਦੁਆਰਾ ਬ੍ਰਹਿਮੰਡ ਨੂੰ ਚਲਾਉਣ ਵਾਸਤੇ ਨਿਰਮਿਤ ਕੀਤੀਆਂ ਗਈਆਂ ਹਨ। ਇਸ ਲਈ ਜੇ ਕੋਈ ਵਿਅਕਤੀ ਇਹਨਾਂ ਦੀ ਵਰਤੋਂ ਕਰਦਾ ਹੈ ਤਾਂ ਦਰਗਾਹ ਵਿੱਚ ਇਹਨਾਂ ਦੀ ਵਰਤੋਂ ਅਕਾਲ ਪੁਰਖ ਦੇ ਹੁਕਮ ਦੀ ਉਲੰਘਣਾ ਮੰਨੀ ਜਾਂਦੀ ਹੈ। ਇਹਨਾਂ ਸ਼ਕਤੀਆਂ ਦੀ ਵਰਤੋਂ ਕਰਨ ਵਾਲਾ ਵਿਅਕਤੀ ਅਕਾਲ ਪੁਰਖ ਦਾ ਸ਼ਰੀਕ ਮੰਨਿਆ ਜਾਂਦਾ ਹੈ। ਜਦੋਂ ਭਗਤ ਦੀ ਬੰਦਗੀ ਪੂਰਨ ਸਿਖਰਾਂ ਤੇ ਪਹੁੰਚ ਜਾਂਦੀ ਹੈ, ਭਗਤ ਅਤੇ ਭਗਵਾਨ ਇੱਕ ਮਿਕ ਹੋ ਜਾਂਦੇ ਹਨ, ਤਦ ਇਹ ਸਾਰੀਆਂ ਰੂਹਾਨੀ ਸ਼ਕਤੀਆਂ ਅਤੇ ਗੁਰਪ੍ਰਸਾਦੀ ਅਨਾਦ ਖਜ਼ਾਨੇ ਭਗਤ ਦੇ ਸਪੁਰਦ ਬਖਸ਼ੇ ਜਾਂਦੇ ਹਨ। ਇਸ ਅਵਸਥਾ ਵਿੱਚ ਵਿਚਰਨ ਵਾਲੇ ਮਹਾਂਪੁਰਖਾਂ ਦੀ ਸੇਵਾ ਵਿੱਚ ਰਿੱਧੀਆਂ ਸਿੱਧੀਆਂ ਦੀਆਂ ਸ਼ਕਤੀਆਂ ਹਰ ਵੇਲੇ ਹਾਜ਼ਰ ਹੁੰਦੀਆਂ ਹਨ ਅਤੇ ਉਹਨਾਂ ਦੀ ਸੇਵਾ ਕਰਦੀਆਂ ਹਨ। ਜਦ ਵੀ ਮਹਾਂਪੁਰਖ ਕੋਈ ਬਚਨ ਕਰਦੇ ਹਨ ਤਾਂ ਇਹ ਰੂਹਾਨੀ ਸ਼ਕਤੀਆਂ ਉਹਨਾਂ ਦੇ ਬਚਨ ਪੂਰੇ ਕਰਨ ਵਿੱਚ ਸੇਵਾ ਕਰਦੀਆਂ ਹਨ। ਇਸ ਲਈ ਐਸੇ ਮਹਾਂਪੁਰਖਾਂ ਦੀ ਸੰਗਤ ਵਿੱਚ ਕਈ ਵਾਰ ਆਪਣੇ ਆਪ ਹੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਚਮਤਕਾਰ ਹੋ ਜਾਂਦੇ ਹਨ। ਐਸੇ ਚਮਤਕਾਰ ਭਗਤ ਦੀ ਮਹਿਮਾ ਵਧਾਉਣ ਵਾਸਤੇ, ਸੰਗਤ ਵਿੱਚ ਪਰਮਾਤਮਾ ਦੀ ਸਮਝ ਬੂਝ ਵਧਾਉਣ ਵਾਸਤੇ, ਦਰਗਾਹੀ ਕਾਨੂੰਨਾਂ ਦੀ ਪਾਲਣਾ ਲਈ ਸੰਗਤ ਦੀ ਸਹਾਇਤਾ ਵਾਸਤੇ ਅਤੇ ਭਗਤੀ ਵਿੱਚ ਆਪਣੇ ਗੁਰੂ ਤੇ ਭਰੋਸਾ, ਸ਼ਰਧਾ ਅਤੇ ਪਿਆਰ ਵਧਾਉਣ ਲਈ ਵਾਪਰਦੇ ਹਨ। ਇਹ ਰੂਹਾਨੀ ਸ਼ਕਤੀ ਲੰਮੀ ਜ਼ਿੰਦਗੀ ਨਾਲ ਅਤੇ ਧਰਤੀ ਦੇ ਹਰ ਹਿੱਸੇ ਤੇ ਰਹਿਣ ਦੇ ਯੋਗ ਨਾਲ ਹੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਗੁਰਬਾਣੀ ਵਿੱਚ ਧਰਤੀ ਦੇ 9 ਭਾਗ ਜਾਂ ਖੰਡ ਬਿਆਨ ਕੀਤੇ ਗਏ ਹਨ। ਇਹਨਾਂ ਧਰਮ ਕਰਮਾਂ ਦੀ ਸਾਰੀ ਉਮਰ ਪਾਲਣਾ ਕਰਕੇ ਅਤੇ ਇਹਨਾਂ ਸਾਰਿਆਂ ਖੰਡਾਂ ਤੇ ਜਿਸ ਤਰ੍ਹਾਂ ਧਾਰਮਿਕ ਗ੍ਰੰਥਾਂ ਵਿੱਚ ਦੱਸਿਆ ਹੈ ਤੇ ਵਿਚਰ ਕੇ ਜੀਵਨਾ ਵੀ ਤੁਹਾਡੇ ਲਈ ਜੀਵਨ ਮੁਕਤੀ ਨਹੀਂ ਪ੍ਰਾਪਤ ਕਰ ਸਕੇਗਾ। ਸਿੱਧਾਂ ਨੂੰ ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਾਨ ਗੁਰ ਕਿਰਪਾ ਨਾਲ ਗੁਰਪ੍ਰਸਾਦੀ ਨਾਮ ਅਤੇ ਬ੍ਰਹਮ ਗਿਆਨ ਦੀ ਬਖਸ਼ਿਸ਼ ਹੋਈ। ਹਜ਼ਾਰਾਂ ਸਾਲਾਂ ਤੋਂ ਆਪਣੀਆਂ ਤਾਕਤਾਂ ਦੀ ਵਰਤੋਂ ਨਾਲ ਜੀ ਰਹੇ ਸਨ, ਪਰ ਮੁਕਤੀ ਪਾਉਣ ਦੇ ਯੋਗ ਨਹੀਂ ਸਨ ਹੋਏ।
ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਾਨ ਗੁਰਕਿਰਪਾ ਅਤੇ ਗੁਰਪ੍ਰਸਾਦ ਨਾਲ ਹੀ ਇਹਨਾਂ ਸਿੱਧਾਂ ਦੀ ਮੁਕਤੀ ਸੰਭਵ ਹੋਈ। ਸਾਰੀ ਲੋਕਾਈ ਨੂੰ ਇਸ ਮਹਾਨ ਬ੍ਰਹਮ ਗਿਆਨ ਦੀ ਸੁੰਦਰ ਬਖਸ਼ਿਸ਼ ਦੇਣ ਵਾਸਤੇ ਹੀ ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਸੁਮੇਰ ਪਰਬਤ ਤੇ ਜਾ ਕੇ ਸਿੱਧ ਗੋਸ਼ਟੀ ਦੀ ਸੁੰਦਰ ਸਾਖੀ ਨੂੰ ਅੰਜਾਮ ਦਿੱਤਾ। ਜੀਵਨ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਭਾਵੇਂ ਤੁਸੀਂ ਆਪਣੇ ਆਪ ਨੂੰ ਅੱਗ ਨਾਲ ਜਲਾ ਲਵੋ, ਭਾਵ ਆਪਣੇ ਆਪ ਨੂੰ ਇਹਨਾਂ ਧਰਮ ਕਰਮਾਂ ਦੀ ਪਾਲਣਾ ਕਰਦੇ ਹੋਏ ਤਸੀਹਿਆਂ ਨਾਲ ਖਤਮ ਕਰ ਲਵੋ। ਨਾ ਹੀ ਜੀਵਨ ਮੁਕਤੀ ਸੋਨਾ, ਘੋੜੇ ਅਤੇ ਜ਼ਮੀਨ ਦਾਨ ਕਰਨ ਨਾਲ ਪ੍ਰਾਪਤ ਹੁੰਦੀ ਹੈ। ਬਾਬਾ ਫਰੀਦ ਜੀ ਨੇ ਲਗਭਗ 2 ਦਹਾਕੇ ਆਪਣੇ ਆਪ ਨੂੰ ਤਸੀਹੇ ਦਿੱਤੇ, ਪਰ ਮੁਕਤੀ ਨਾ ਪਾ ਸਕੇ, ਭਾਵੇਂ ਕਿ ਉਹਨਾਂ ਨੇ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ, ਪਰ ਪਰਮੇਸ਼ਰ ਨੂੰ ਨਾ ਮਿਲ ਸਕੇ। ਅਖੀਰ ਵਿੱਚ ਉਹ ਸਤਿਗੁਰੂ ਮੁਰਸ਼ਿਦ ਕੋਲ ਗਏ, ਜਿਨ੍ਹਾਂ ਨੂੰ ਉਹਨਾਂ ਨੇ ਗੁਰੂ ਧਾਰਿਆ ਅਤੇ ਗੁਰਪ੍ਰਸਾਦ ਦੀ ਪ੍ਰਾਪਤੀ ਕੀਤੀ। ਕੇਵਲ ਤਦ ਹੀ ਬਾਬਾ ਫਰੀਦ ਜੀ ਜੀਵਨ ਮੁਕਤੀ ਪ੍ਰਾਪਤ ਕਰ ਸਕੇ। ਨਿਉਲੀ ਕਰਮ ਅਤੇ ਹੋਰ ਹਰ ਤਰ੍ਹਾਂ ਦੇ ਯੋਗ ਆਸਨ ਕਰਕੇ ਵੀ ਜੀਵਨ ਮੁਕਤੀ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ। ਇਹ ਯੋਗ ਆਸਨ ਚੰਗੀ ਸਰੀਰਕ ਸਿਹਤ ਬਣਾਈ ਰੱਖਣ ਲਈ ਕੀਤੇ ਜਾਂਦੇ ਹਨ, ਪਰ ਇਹਨਾਂ ਔਖੇ ਯੋਗ ਆਸਨਾਂ ਦੇ ਕਰਨ ਨਾਲ ਤੁਸੀਂ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ। ਜੈਨ ਧਰਮ ਵਿੱਚ ਵੀ ਬਹੁਤ ਕਠਿਨ ਧਰਮ ਕਰਮਾਂ ਦੀ ਪਾਲਣਾ ਕੀਤੀ ਜਾਂਦੀ ਹੈ। ਅਸਲ ਵਿੱਚ ਜੈਨੀ ਆਪਣੇ ਵਿਹਾਰ ਵਿੱਚ ਹੋਰ ਵੀ ਸਖਤ ਹਨ। ਉਹ ਘਰ ਅਤੇ ਪਰਿਵਾਰ ਛੱਡ ਦਿੰਦੇ ਹਨ ਅਤੇ ਬੜੀ ਕਠਿਨ ਜ਼ਿੰਦਗੀ ਜਿਉਂਦੇ ਹਨ। ਉਹ ਨੰਗੇ ਪੈਰ ਸਫ਼ਰ ਕਰਦੇ ਹਨ, ਆਪਣੇ ਸਿਰ ਤੋਂ ਸਾਰੇ ਵਾਲ ਪੁੱਟ ਦਿੰਦੇ ਹਨ, ਬਹੁਤ ਬੰਦਸ਼ਾਂ ਵਾਲਾ ਭੋਜਨ ਕਰਦੇ ਹਨ, ਧਰਤੀ ਉੱਪਰ ਸੌਂਦੇ ਹਨ ਅਤੇ ਹੋਰ ਵੀ ਇਸ ਤਰ੍ਹਾਂ ਦੇ ਕਈ ਸੰਕਟਮਈ ਕਰਮ ਉਹਨਾਂ ਦੀ ਰੋਜ਼ਮਈ ਜ਼ਿੰਦਗੀ ਦਾ ਹਿੱਸਾ ਹੁੰਦੇ ਹਨ। ਪਰ ਇਸ ਤਰ੍ਹਾਂ ਦੇ ਧਰਮ ਕਰਮਾਂ ਦੇ ਕਰਨ ਨਾਲ ਵੀ ਅਤੇ ਆਪਣੇ ਸਰੀਰ ਨੂੰ ਮਰਨ ਤੱਕ ਤਸੀਹੇ ਦੇਣ ਨਾਲ ਵੀ ਆਪਣੇ ਆਪ ਲਈ ਜੀਵਨ ਮੁਕਤੀ ਦੀ ਪ੍ਰਾਪਤੀ ਨਹੀਂ ਕਰ ਸਕਦੇ। ਕਿਉਂਕਿ ਹਉਮੈ ਦੀ ਮੈਲ ਅਹੰਕਾਰ ਨਹੀਂ ਛੱਡਦੇ। ਇਹ ਸਾਰੇ ਧਰਮ ਕਰਮ ਕਰਨ ਨਾਲ ਵੀ ਹਉਮੈ ਦੀ ਮੈਲ ਮਨ ਤੋਂ ਨਹੀਂ ਉਤਰਦੀ ਹੈ। ਇਕਾਂਤ ਵਿੱਚ ਰਹਿਣ ਨਾਲ ਤੁਸੀਂ ਹਉਮੈ ਦੇ ਮਾਨਸਿਕ ਰੋਗ ਤੋਂ ਮੁਕਤ ਨਹੀਂ ਹੁੰਦੇ। ਜਦੋਂ ਤੱਕ ਹਉਮੈ ਪੂਰੀ ਖਤਮ ਨਹੀਂ ਹੁੰਦੀ, ਜੀਵਨ ਮੁਕਤੀ ਨਹੀਂ ਹੁੰਦੀ। ਅਸਲ ਵਿੱਚ ਲੋਕ ਜਦੋਂ ਯੋਗੀ ਬਣ ਜਾਂਦੇ ਹਨ ਅਤੇ ਇਹ ਧਾਰਮਿਕ ਗ੍ਰੰਥਾਂ ਵਿੱਚ ਦੱਸੀਆਂ ਰਹੋ ਰੀਤਾਂ ਅਨੁਸਾਰ ਧਰਮ ਕਰਮ ਕਰਦੇ ਹਨ, ਤਾਂ ਹੋਰ ਇਕੱਲੇ ਹੋ ਜਾਂਦੇ ਹਨ ਅਤੇ ਤਦ ਇਸ ਤਰ੍ਹਾਂ ਨਾਲ ਸਖਤ ਮਿਹਨਤ ਕਰਨ ਮਗਰੋਂ ਵੀ ਜੋ ਚਾਹੁੰਦੇ ਹਨ ਪ੍ਰਾਪਤ ਨਾ ਕਰ ਸਕਣ ਕਾਰਨ ਉਹ ਹੋਰ ਕ੍ਰੋਧੀ ਹੋ ਜਾਂਦੇ ਹਨ। ਕ੍ਰੋਧ ਹਉਮੈ ਦਾ ਪੂਰਕ ਹੈ। ਕ੍ਰੋਧ ਹਉਮੈ ਕਾਰਨ ਆਉਂਦਾ ਹੈ ਅਤੇ ਹਉਮੈ ਤੁਹਾਡੇ ਕ੍ਰੋਧ ਵਿੱਚੋਂ ਦਿਸਦੀ ਹੈ। ਇਹ ਮਨੁੱਖ ਦਾ ਸਭ ਤੋਂ ਭੈੜਾ ਅਤੇ ਵੱਡਾ ਮਾਨਸਿਕ ਰੋਗ ਅਤੇ ਦੁਸ਼ਮਣ ਹੈ। ਇਹੋ ਹੀ ਕਾਰਨ ਹੈ ਕਿ ਇੱਥੇ ਕਈ ਕਹਾਣੀਆਂ ਯੋਗੀਆਂ, ਰਿਸ਼ੀਆਂ ਅਤੇ ਮੁਨੀਆਂ ਦੀਆਂ ਹਨ ਜੋ ਕ੍ਰੋਧੀ ਹੋ ਗਏ ਅਤੇ ਤਦ ਲੋਕਾਂ ਨੂੰ ਸਰਾਪ ਦਿੱਤਾ। ਇਸ ਤੋਂ ਭਾਵ ਹੈ ਕਿ ਉਹਨਾਂ ਦੀ ਹਉਮੈ ਨੇ ਉਹਨਾਂ ਨੂੰ ਅਜੇ ਵੀ ਨਹੀਂ ਛੱਡਿਆ। ਜੀਵਨ ਮੁਕਤੀ ਹਉਮੈ ਦੀ ਮੌਤ ਹੈ। ਜੀਵਨ ਮੁਕਤੀ ਮਾਇਆ ਤੋਂ ਮੁਕਤੀ ਹੈ। ਜੀਵਨ ਮੁਕਤੀ ਮਾਇਆ ਤੇ ਜਿੱਤ ਪ੍ਰਾਪਤ ਕਰਨਾ ਹੈ। ਜੀਵਨ ਮੁਕਤੀ ਪੰਜ ਦੁੱਤਾਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੇ ਜਿੱਤ ਪ੍ਰਾਪਤ ਕਰਨਾ ਹੈ। ਜੀਵਨ ਮੁਕਤੀ ਆਸ਼ਾ, ਤ੍ਰਿਸ਼ਨਾ, ਮਨਸਾ ਤੇ ਜਿੱਤ ਪ੍ਰਾਪਤ ਕਰਨਾ ਹੈ। ਜੇਕਰ ਮਾਇਆ ਦਾ ਪ੍ਰਭਾਵ ਅਜੇ ਵੀ ਆਪ ਤੇ ਮੌਜੂਦ ਹੈ, ਤਦ ਇਹਨਾਂ ਰੀਤਾਂ, ਧਰਮ ਕਰਮਾਂ, ਮੰਤਰਾਂ ਅਤੇ ਕਠਿਨ ਜ਼ਿੰਦਗੀ ਜੀਵਨ ਦਾ ਕੀ ਲਾਭ ਹੈ। ਜੇਕਰ ਮਾਇਆ ਦਾ ਪ੍ਰਭਾਵ ਆਪ ਤੇ ਅਜੇ ਵੀ ਮੌਜੂਦ ਹੈ, ਤਾਂ ਜੰਗਲਾਂ ਵਿੱਚ ਭੱਜ ਜਾਣ, ਆਪਣੇ ਪਰਿਵਾਰ ਅਤੇ ਸੰਸਾਰਿਕ ਚੀਜ਼ਾਂ ਨੂੰ ਛੱਡਣ ਦਾ ਕੀ ਲਾਭ, ਜੇਕਰ ਤੁਸੀਂ ਉੱਥੇ ਨਹੀਂ ਪਹੁੰਚ ਸਕੇ ਜਿੱਥੇ ਪਹੁੰਚਣਾ ਚਾਹੁੰਦੇ ਸੀ। ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸਾਨੂੰ ਦੱਸ ਰਹੇ ਹਨ ਕਿ ਅਜਿਹੇ ਕੋਈ ਵੀ ਕੰਮ ਜੋ ਸ਼ਾਸਤਰਾਂ ਅਤੇ ਸਿਮਰਤੀਆਂ ਵਿੱਚ ਦੱਸੇ ਹਨ, ਕਰਨ ਨਾਲ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਕੇਵਲ ਨਾਮ ਦਾ ਗੁਰਪ੍ਰਸਾਦ ਸਾਡੇ ਲਈ ਮੁਕਤੀ ਲਿਆ ਸਕਦਾ ਹੈ। ਗੁਰਪ੍ਰਸਾਦ ਦੀ ਪਰਮ ਸ਼ਕਤੀ ਹੀ ਸਾਡੀ ਹਉਮੈ ਨੂੰ ਮਾਰ ਸਕਦੀ ਹੈ। ਕੇਵਲ ਇਹੀ ਨਹੀਂ, ਗੁਰਪ੍ਰਸਾਦ ਹੀ ਸਾਨੂੰ ਪੰਜ ਦੁੱਤਾਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਤੋਂ ਵੀ ਮੁਕਤ ਕਰਵਾਏਗਾ ਅਤੇ ਅਸੀਂ ਮਨ ਤੇ ਜਿੱਤ ਪਾ ਲਵਾਂਗੇ ਅਤੇ ਸਰਵ ਸ਼ਕਤੀਮਾਨ ਪਾਰ ਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਹੋ ਜਾਵਾਂਗੇ। ਇੱਥੇ ਕੋਈ ਵੀ ਹੋਰ ਵਸਤੂ ਜਾਂ ਸ਼ਕਤੀ ਗੁਰਪ੍ਰਸਾਦੀ ਨਾਮ ਅਤੇ ਨਾਮ ਦੀ ਕਮਾਈ ਦੇ ਤੁਲ ਨਹੀਂ ਹੈ। ਉਹ ਮਨੁੱਖ ਜਿਹੜੇ ਨਾਮ ਦੀ ਕਮਾਈ ਪੂਰਨ ਸਮਰਪਣ
ਨਿਸ਼ਚੇ, ਵਿਸ਼ਵਾਸ, ਯਕੀਨ, ਭਰੋਸੇ, ਪਿਆਰ ਅਤੇ ਸ਼ਰਧਾ ਨਾਲ ਕਰਦੇ ਹਨ। ਗੁਰਮੁਖ ਹਿਰਦਾ ਬਣ ਜਾਂਦੇ ਹਨ ਅਤੇ ਦੈਵੀ ਗੁਣਾਂ ਨਾਲ ਭਰਪੂਰ ਹੋ ਜਾਂਦੇ ਹਨ ਅਤੇ ਜੀਵਨ ਮੁਕਤੀ ਦੀ ਪ੍ਰਾਪਤੀ ਕਰ ਲੈਂਦੇ ਹਨ।